देश दुनिया च वसदे पंजाबियों नूं जी आया। मैं हरजिंदर सिंह रंधावा, तुसीं देख रहे हो पंजाब टेलीविजन और मेरे नाल ने राजीव भास्कर। भास्कर साहब जी आया। रंधावा जी बहुत बहुत शुक्रिया। भास्कर साहब, सत्ता ਦੇ ਦੋ ਕੇਂਦਰ ਕਾਹਦੇ ਬਣੇ ਪੰਜਾਬ ਦੇ ਵਿੱਚ? ਲੋਕਾਂ ਨੂੰ ਸੁੱਖ ਦਾ ਸਾਹ ਆਉਣਾ ਸ਼ੁਰੂ ਹੋ ਗਿਆ। ਜੇ ਮੁੱਢਲੇ ਤੌਰ ਤੇ ਦੇਖੀਏ ਤੇ ਕੁਝ ਨਜਾਇਜ਼ ਚੱਲਦੀਆਂ ਬੱਸਾਂ ਤੇ ਕਾਰਵਾਈ ਹੋਣ ਦੀ ਗੱਲ ਅੱਗੇ ਵਧ ਰਹੀ ਹੈ। ਬੀਤੇ ਕੱਲ ਨਵਜੋਤ ਸਿੰਘ ਸਿੱਧੂ ਵੱਲੋਂ ਮੀਟਿੰਗ ਸੱਦੀ ਗਈ ਸੀ ਅੱਜ ਦੇ ਦਿਨ ਓਬੀਸੀ ਦੇ ਵਿਧਾਇਕਾਂ ਦੀ। ਕੈਪਟਨ ਅਮਰਿੰਦਰ ਸਿੰਘ ਕੱਲ ਸ਼ਾਮ ਨੂੰ ਇੱਕ ਮੀਟਿੰਗ ਕਰਕੇ ਵਿਧਾਨ ਸਭਾ 'ਚ ਇੱਕ ਰੈਜ਼ੋਲੂਸ਼ਨ ਲਿਆਉਣ ਦੀ ਗੱਲ ਕਹਿ ਗਿਆ ਕਿ ਰਿਆਇਤਾਂ ਦੇਵਾਂਗੇ ਓਬੀਸੀ ਨੂੰ। ਜੇਕਰ ਥੋੜਾ ਜਿਹਾ ਅੱਗੇ ਤੁਰੋਗੇ ਤਾਂ ਤੁਹਾਨੂੰ ਕੁੱਲ ਮਿਲਾ ਕੇ ਮਾਫੀਆਜ਼, ਖਾਸ ਤੌਰ ਤੇ ਮਾਈਨਿੰਗ ਨੂੰ ਲੈ ਕੇ ਤੇ ਹੋਰ ਮਸਲਿਆਂ 'ਚ ਕੁਝ ਬਰੀਕ ਤੰਦਾਂ ਜੁੜਦੀਆਂ ਨਜ਼ਰ ਆਉਣਗੀਆਂ, ਕੁਝ ਕਾਰਵਾਈ ਹੁੰਦੀ ਨਜ਼ਰ ਆਊਗੀ। ਦਿੱਲੀ ਦੇ ਗਲਿਆਰਿਆਂ ਦੇ ਵਿੱਚ ਵੀ ਕੁਝ ਐਮਐਲਏ, ਕੁਝ ਵਜ਼ੀਰ ਘੁੰਮਦੇ ਰਹੇ। ਸੁਣਿਆ ਕੋਈ ਸਿਗਨੇਚਰ ਮੁਹਿੰਮ ਵੀ ਤੁਰੀ ਹੋਈ ਆ। ਇਹ ਗੱਲ ਤਾਂ ਅੰਦਰ ਦੀ ਆ, ਪਰ ਅਜੇ ਨਹੀਂ ਕਰਦੇ, ਚਲੋ ਛੱਡ ਦਿੰਦੇ ਆ। ਕਿਧਰੇ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਲਈ ਖਤਰਾ ਤਾਂ ਨਹੀਂ ਬਣ ਰਿਹਾ। ਲੇਕਿਨ ਜੇ ਥੋੜਾ ਜਿਹਾ ਅੱਗੇ ਵਧੀਏ, ਅਕਾਲੀਆਂ ਨੇ ਵੀ ਪੂਰਾ ਰੌਲਾ ਪਾਇਆ ਸੀਗਾ। ਧਰਮਸੋਤ ਸਾਹਿਬ ਦੇ ਦਫ਼ਤਰ ਦੇ ਵਿੱਚ ਸੀਬੀਆਈ ਜਾ ਵੜੀ। ਸੀਬੀਆਈ ਕਾਗਜ਼ ਫਰੋਲਦੀ ਆ, ਲੱਭਦੀ ਆ। ਹੁਣ ਪੰਜਾਬ ਸਰਕਾਰ ਨੇ ਥੋੜੇ ਜਿਹੇ ਹੱਥ ਘੁੱਟਣ ਤੋਂ ਬਾਅਦ ਹੱਥ ਖੋਲਤਾ ਕਿ ਡਾਕੂਮੈਂਟ ਦੇ ਦਿੰਦੇ ਆ। ਇਹ ਵੀ ਤਾਂ ਵੱਡਾ ਸਵਾਲ ਆ। ਹੁਣ ਮੰਤਰੀ ਸਾਹਿਬ ਰਹੇ ਨੇ, ਸਾਹਿਬਾਂ ਦੀ ਗੱਲ ਤਾਂ ਉੱਪਰ ਤੱਕ ਹੁੰਦੀ ਆ। ਖੈਰ, ਫਸ ਗਿਆ ਨੂੰ ਕੌਣ ਪੁੱਛਦਾ, ਨਾਲ ਕੋਈ ਨਹੀਂ ਖਲੋਂਦਾ। ਭਾਸਕਰ ਸਾਹਿਬ, ਮੈਨੂੰ ਦੱਸਿਓ, ਪੰਜਾਬ ਦੀ ਰਾਜਨੀਤੀ 'ਚ ਕੁਝ ਚੰਗਾ ਹੋਣ ਵਾਲਾ? ਦੋ ਧਿਰੀ ਲੜਾਈ ਦੇ ਵਿੱਚ ਲੋਕਾਂ ਨੂੰ ਕੁਝ ਰਾਹਤ ਮਿਲਣ ਵਾਲੀ ਹੈ? ਖੋਲ ਕੇ ਦੱਸਿਓ ਜ਼ਰਾ। ਇਹ ਬੱਸਾਂ ਰੋਕਤੀਆਂ ਗਈਆਂ, ਦੇਖੋ ਪੰਜਾਬ ਫਿਰ ਚੱਲ ਪੈਣਗੇ। ਪੰਜਾਬ ਦੀ ਰਾਜਨੀਤੀ ਦੇ ਵਿੱਚ ਕੁਝ ਚੰਗਾ ਹੋਣ ਵਾਲਾ ਹੈ ਦੀ ਆਸ ਤੇ 2017 ਤੋਂ ਸੀਗੀ, ਕਿਉਂਕਿ 2017 ਦੇ ਵਿੱਚ ਤਕਰੀਬਨ ਸਾਰੀ ਆਪੋਜੀਸ਼ਨ ਪਾਰਟੀਆਂ ਅਕਾਲੀ ਦਲ ਛੱਡ ਕੇ ਉਹ ਇਹੀ ਗੱਲ ਕਰਦੀ ਹੁੰਦੀ ਸੀਗੀ ਕਿ ਪੰਜਾਬ ਦੇ ਵਿੱਚ ਮਾਫੀਆ ਤੇ ਜਦ ਨਾਂ ਲੈਂਦੇ ਸੀ ਸਿਆਸੀ ਸਟੇਜਾਂ ਤੋਂ, ਉਹ ਨਾਂ ਖਤਮ ਹੀ ਨਹੀਂ ਹੁੰਦੇ ਸੀ। ਸੈਂਡ ਮਾਫੀਆ, ਲੈਂਡ ਮਾਫੀਆ, ਮਾਈਨਿੰਗ ਮਾਫੀਆ, ਫਲਾਨਾ ਮਾਫੀਆ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ, ਯਾਨੀ ਇੰਨੇ ਸਾਰੇ ਮਾਫੀਆ ਸੀਗੇ। ਸਾਨੂੰ ਤੇ ਏਦਾਂ ਲੱਗਦਾ ਸੀ ਵੀ ਆਪਾਂ ਸੁੱਤੇ ਪਏ ਵੀ ਮਾਫੀਆ ਤੋਂ ਘਿਰੇ ਪਏ ਆ। ਪਰ ਸਰਕਾਰ ਕਾਂਗਰਸ ਦੀ ਬਣਨ ਤੋਂ ਬਾਅਦ ਇਹਨਾਂ ਮਾਫੀਆ ਦਾ ਕੋਈ ਨਾਂ ਨਹੀਂ ਲਿੱਤਾ ਗਿਆ। ਹੁਣ ਜਾ ਕੇ ਗੱਲ ਕੱਲ ਪਰਸੋਂ ਤੋਂ ਤੁਰੀ ਹੈ। ਜਿਹੜੀ ਟਰਾਂਸਪੋਰਟ ਮਾਫੀਆ ਦੀ ਗੱਲ ਸਰਕਾਰ 2017 ਤੋਂ ਪਹਿਲੇ ਕਰਦੀ ਸੀਗੀ, ਜਦ ਆਪੋਜੀਸ਼ਨ ਪਾਰਟੀ ਦੇ ਵਿੱਚ ਸੀਗੀ। ਅੱਜ ਕੱਲ ਉਹ ਇੱਕ ਐਕਸ਼ਨ ਮੋਡ ਦੇ ਵਿੱਚ ਦੇਖੀ ਗਈ ਹੈ। 800 ਬੱਸਾਂ ਰੋਕੀ ਗਈ। ਕਹਿੰਦੇ ਆ ਕਿ ਉਹਦੇ ਵਿੱਚੋਂ ਜ਼ਿਆਦਾਤਰ ਬੱਸਾਂ ਵਿਰੋਧੀ ਪਾਰਟੀਆਂ ਦੀ, ਵਿਰੋਧੀ ਧਿਰਾਂ ਦੀ ਸੀਗੀ, ਔਰ ਉਹਨਾਂ ਦੇ ਪਰਮਿਟ ਚੈੱਕ ਕੀਤੇ ਗਏ ਤੇ ਪਤਾ ਲੱਗਿਆ ਕਿ ਬਈ ਇੱਕ ਨੰਬਰ ਦੀ 2 ਬੱਸਾਂ, 3 ਬੱਸਾਂ, ਕਈ ਵਾਰ ਤੇ 5-5 ਬੱਸਾਂ ਚੱਲਦੀ ਪਈਆਂ। ਔਰ ਹਜੇ ਤੱਕ 4.5 ਸਾਲ ਤੱਕ ਉਹਨਾਂ ਬੱਸਾਂ ਨੂੰ ਕਿਸੇ ਨੇ ਵੀ ਲਾਲ ਝੰਡੀ ਨਹੀਂ ਦਿਖਾਈ ਸੀ, ਉਹ ਹਰੀ ਝੰਡੀ ਤੇ ਚੱਲਦੀ ਸੀਗੀ। ਔਰ ਬੱਸਾਂ ਦੇ ਟਾਈਮ ਟੇਬਲ ਅਗਰ ਪਿਛਲੀ ਸਰਕਾਰ ਦੇ ਟਾਈਮ ਵਿੱਚ ਦੇਖਿਆ ਜਾਏ ਤੇ ਉਹ ਲੋਕ ਬਣਾਉਂਦੇ ਸੀ ਜਿਨ੍ਹਾਂ ਦੀ ਉਹ ਪ੍ਰਾਈਵੇਟ ਬੱਸਾਂ ਹੈਗੀਆਂ। ਹੁਣ ਵੀ ਏਦਾਂ ਹੀ ਚੱਲ ਰਿਹਾ। ਮਤਲਬ 75-25 ਵਾਲਾ ਜਿਹੜਾ ਐਲੀਗੇਸ਼ਨ ਤੇ ਰੌਲਾ ਸੀ ਉਹ ਜਮਾ ਧਰਾਤਲ ਤੇ ਸੱਚ ਨਿਕਲਿਆ। ਜਿਵੇਂ ਆਪਣਾ ਦਰਸ਼ਨ ਬਰਾੜ ਦਾ ਪੁੱਤਰ ਕਮਲਜੀਤ ਬਰਾੜ ਕਹਿੰਦਾ, ਉਹ ਕੱਲਾ ਸਾਡਾ ਕ੍ਰੈਸ਼ਰ ਕਿਉਂ ਵਹਿੰਦੇ ਹੋ, ਆਲੇ ਦੁਆਲੇ ਦੇ ਵਿੱਚ ਤੁਹਾਡੇ ਸਿਆਸੀ ਵਿਰੋਧੀਆਂ ਦੇ ਤੇ ਪੁਰਾਣੇ ਸੱਤਾਧਾਰੀਆਂ ਦੇ ਵੀ ਹੈਗੇ ਆ। ਇਹਦਾ ਮਤਲਬ 75-25 ਵਾਲੀ ਗੱਲ ਦੇ ਵਿੱਚ ਕੋਈ ਥੋੜਾ ਬਹੁਤਾ ਦਮ ਤਾਂ ਤੁਰਿਆ ਰਿਹਾ। ਦੇਖੋ, ਤੁਸੀਂ ਦਰਸ਼ਨ ਬਰਾੜ ਵਾਲੀ ਗੱਲ ਦੱਸੀ, ਉਹਨਾਂ ਨੇ ਜਿੰਨੇ ਵੀ ਨਾਂ ਲਏ ਸੀਗੇ ਉਹ ਤਕਰੀਬਨ ਸਾਰੇ ਅਕਾਲੀਆਂ ਦੇ ਸੀਗੇ ਜਾਂ ਉਹਨਾਂ ਲੀਡਰਾਂ ਦੇ ਸੀਗੇ ਜਿਹੜੇ ਅਕਾਲੀ ਦਲ ਹੁਣ ਛੱਡ ਕੇ ਆਪਣੀ ਪਾਰਟੀ ਬਣਾ ਚੁੱਕੇ ਨੇ ਜੀ। ਔਰ ਟਰਾਂਸਪੋਰਟ ਮਾਫੀਆ ਦੀ ਵੀ ਗੱਲ ਕਰੀਏ ਤੇ ਇਹਦੇ ਵਿੱਚ ਵੀ ਜਿੱਦਾਂ ਮੈਂ ਪਹਿਲੇ ਕਿਹਾ ਕਿ 800 ਬੱਸਾਂ ਨੂੰ ਲਾਲ ਝੰਡੀ ਦਿਖਾਈ ਗਈ, ਰੋਕਿਆ ਗਿਆ, ਜਿਹਦੇ ਵਿੱਚੋਂ 400 ਤੋਂ ਵੱਧ ਬੱਸਾਂ ਵਿਰੋਧੀ ਧਿਰ ਪਾਰਟੀਆਂ ਦੀ ਸੀਗੀ। ਯਾਨੀ ਸਰਕਾਰ ਹੁਣ ਐਕਸ਼ਨ ਮੋਡ 'ਚ ਹੈਗੀ ਹੈ, ਕਿਉਂਕਿ ਕੈਪਟਨ ਸਾਹਿਬ ਨੇ ਗੱਲ ਦਿਲ ਤੇ ਲੈ ਲਈ ਹੈ। 75-25 ਵਾਲੀ ਗੱਲ, ਮਿਲੀ ਭੁਗਤ ਦੀ ਰਾਜਨੀਤੀ ਵਾਲੀ ਗੱਲ, ਕਿਉਂਕਿ ਗੱਲ ਅਗਰ ਸੜਕਾਂ ਤੇ ਹੀ ਤੁਰੀ ਫਿਰਦੀ ਤੇ ਸ਼ਾਇਦ ਉਹਨਾਂ ਨੂੰ ਇੰਨੀ ਟੈਨਸ਼ਨ ਨਾ ਹੁੰਦੀ, ਕਿਉਂਕਿ ਜੋ ਦਾਗ, ਜੋ ਐਲੀਗੇਸ਼ਨ ਸਿੱਧੂ ਉਹਨਾਂ ਨੇ ਕੈਪਟਨ ਸਾਹਿਬ ਤੇ ਲਾਤਾ ਹੈ, ਉਹ ਧੋਣਾ ਬੜਾ ਮੁਸ਼ਕਿਲ ਹੈਗਾ। PPA ਐਗਰੀਮੈਂਟ ਦੇ ਉੱਤੇ ਚਲੋ ਚਿੱਠੀ ਲਿਖ ਕੇ ਗੁਜ਼ਾਰਾ ਹੋ ਗਿਆ। ਹਾਈ ਕੋਰਟ ਦੇ ਵਿੱਚ ਜਿਹੜੇ ਡਰੱਗ ਦੇ ਕੇਸ ਹੈਗੇ ਨੇ ਉਹਨਾਂ ਦੇ ਵਿੱਚ ਸਰਕਾਰ ਹਜੇ ਐਕਸ਼ਨ ਮੋਡ ਦੇ ਵਿੱਚ ਆਣੀ ਬਾਕੀ ਹੈ। ਬਾਕੀ ਲਿਕਰ ਮਾਫੀਆ ਹੈਗਾ, ਉਹ ਆਪਣੀ ਸਰਕਾਰ ਦੇ ਹੀ ਬੰਦੇ, ਖਾਸ ਕਰਕੇ ਮਦਨ ਲਾਲ ਜਲਾਲਪੁਰ ਉਹਨਾਂ ਦੇ ਉੱਤੇ ਉਸ ਗੱਲ ਦੇ ਐਲੀਗੇਸ਼ਨ ਲੱਗੇ। ਮਾਈਨਿੰਗ ਦੇ ਉੱਤੇ ਵੀ ਦਰਸ਼ਨ ਬਰਾੜ ਦੀ ਮਾਈਨਿੰਗ ਦੇ ਉੱਤੇ ਰੇਡ ਪਾ ਕੇ ਉਹਨੂੰ ਬੰਦ ਕਰਵਾ ਕੇ ਹਜੇ ਤੱਕ ਥੋੜਾ ਬਹੁਤ ਐਕਸ਼ਨ ਦੇ ਵਿੱਚ ਸਰਕਾਰ ਨਜ਼ਰ ਆ ਰਹੀ ਹੈ। ਹੋ ਸਕਦਾ ਕਿ ਪਹਿਲੇ ਆਪਣੇ ਫੜੋ ਫਿਰ ਅਸੀਂ ਦੂਜੇ ਫੜਾਂਗੇ। ਲੇਕਿਨ ਕੇਬਲ ਮਾਫੀਆ ਦੀ ਜਿਹੜੀ ਗੱਲ ਸੀਗੀ, ਤੁਹਾਨੂੰ ਯਾਦ ਹੋਏਗਾ ਜਦ ਨਵੀਂ 2017 ਦੇ ਵਿੱਚ ਸਰਕਾਰ ਬਣੀ ਸੀ, ਨਵਜੋਤ ਸਿੰਘ ਸਿੱਧੂ ਉਹਨਾਂ ਨੇ ਇਸ਼ੂ ਚੱਕਿਆ ਸੀਗਾ। ਔਰ ਉਸ ਟਾਈਮ ਕੈਪਟਨ ਸਾਹਿਬ ਆਪਣੇ ਪੋਲੀਟੀਕਲ ਐਡਵਾਈਜ਼ਰ ਕੈਪਟਨ ਸੰਦੀਪ ਸੰਧੂ ਨੂੰ ਸਿੱਧੂ ਕੋਲ ਭੇਜਦੇ ਨੇ ਔਰ ਇਹ ਇੱਕ ਮੈਸੇਜ ਦਿੱਤਾ ਜਾਂਦਾ ਹੈ ਕਿ ਗੋ ਸਲੋ। ਉਹ ਇੰਨਾ ਕੁ ਸਲੋ ਚੱਲਿਆ ਕਿ ਅੱਜ ਤੱਕ ਉਹਦਾ ਕੀ ਬਣਿਆ ਕੀ ਨਹੀਂ ਬਣਿਆ ਕਿਸੇ ਨੂੰ ਕੁਝ ਨਹੀਂ ਪਤਾ। ਪਰ
ਏਦਾਂ ਦੇ ਕਈ ਮਾਫੀਆ ਸੀਗੇ, ਖਾਸ ਤੁਹਾਨੂੰ ਕਰਕੇ। ਤੁਹਾਨੂੰ ਤੁਹਾਨੂੰ ਮੈਂ ਤੁਹਾਨੂੰ ਰੋਕ ਰਿਹਾ, ਮਾਫੀ ਚਾਹੁੰਦਾ। ਤੁਹਾਨੂੰ ਯਾਦ ਹੋਵੇ ਕੰਵਰ ਸੰਧੂ ਨੇ ਬੜੇ ਢੋਲ ਢਮੱਕੇ ਨਾਲ, ਅੱਜ ਕੱਲ੍ਹ ਉਹ MLA ਨੇ, ਬੜੇ ਸਤਿਕਾਰਤ ਨੇ, ਸਾਡੇ ਸੀਨੀਅਰ ਜਰਨਲਿਸਟ ਵੀ ਨੇ, ਉਹਨਾਂ ਨੇ ਬੜੇ ਢੋਲ ਢਮੱਕੇ ਨਾਲ ਡੇ ਐਂਡ ਨਾਈਟ ਚੈਨਲ ਸ਼ੁਰੂ ਕੀਤਾ ਸੀ, ਤੁਹਾਨੂੰ ਪਤਾ ਹੈ। ਔਰ ਉਸ ਇਨੈਗੋਰੇਸ਼ਨ ਦੇ ਵਿੱਚ, ਉਸ ਘੁੰਡ ਚੁਕਾਈ ਸਮਾਗਮ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਵੱਡੇ ਲੀਡਰ ਸੀ, ਵੱਡੇ ਦਾਅਵਿਆਂ ਨਾਲ ਤੇ ਨਿੱਘੇ ਰਿਸ਼ਤਿਆਂ ਦਾ ਜ਼ਿਕਰ ਹੋ ਕੇ ਅੱਗੇ ਤੁਰੇ। ਜਦੋਂ ਆ ਸਾਡੇ ਵਾਂਗ ਸੰਧੂ ਸਾਹਿਬ ਨੇ ਜ਼ਰਾ ਬੋਲਣਾ ਸ਼ੁਰੂ ਕੀਤਾ ਕਿ ਸਿੱਧਾ ਹੀ ਜਾਣਾ ਹੈ, ਨਾ ਇੱਧਰ ਨਾ ਉੱਧਰ, ਜਮਾ ਘਟਾਓ ਘੱਟ ਕੀਤਾ। ਤੇ ਜੇ ਹੁਣ ਜਿੱਦਾਂ ਅਸੀਂ ਗੱਲ ਕਰਦੇ ਹਾਂ, ਅੱਧ 'ਚ ਪ੍ਰੋਗਰਾਮ ਖੜਾ ਹੋਵੇ ਤੇ ਉਧਰੋਂ ਬੱਤੀ ਗੁੱਲ ਹੋ ਜੇ, ਤੁਹਾਨੂੰ ਕੇਬਲ ਤੋਂ ਲਾਤਾ ਜਾਵੇ, ਇਹ ਬੜੇ ਮਸਲੇ ਰਹੇ ਆ। ਖੈਰ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਹੁਣ ਲੋਕਤਾ ਦਾ ਜ਼ਮਾਨਾ ਹੈ, ਲੇਕਿਨ ਅਜੇ ਵੀ ਧੜੱਲੇ ਨਾਲ ਜਿਹਦਾ ਜੀ ਕਰਦਾ ਹੈ ਉਹ TV ਚਲਾਉਂਦਾ, ਜਿਹਦਾ ਜੀ ਕਰਦਾ ਬੱਸਾਂ ਚਲਾਉਂਦਾ, ਜਿਹਦਾ ਜੀ ਕਰਦਾ ਜਿੱਥੋਂ ਮਰਜ਼ੀ ਖੱਡਾਂ ਦੇ ਵਿੱਚੋਂ ਸੈਂਕੜੇ ਤੇ ਸੈਂਕੜੇ ਟਰੱਕ ਸ਼ਾਮਾਂ ਨੂੰ ਨਿਕਲਦੇ ਆ। ਉਹ ਰੂਪਨਗਰ ਸਾਈਡ ਤੋਂ ਦੇਖ ਲਓ, ਪਠਾਨਕੋਟ ਸਾਈਡ ਤੋਂ, ਪਤਾ ਹੀ ਨਹੀਂ ਲੱਗਦਾ ਜਾਇਜ਼ ਕਿਹੜਾ ਨਜਾਇਜ਼ ਕਿਹੜਾ। ਔਰ ਜੇਕਰ ਤੁਸੀਂ ਸ਼ਰਾਬਾਂ ਦੀ ਗੱਲ ਕਰੋਗੇ, ਨਾ ਹੀ ਕਰੋ ਤੇ ਚੰਗਾ। ਐਵੇਂ ਭਾਜੀ ਦਿਲ ਦਿਖਾਉਣ ਦੀ ਕੀ ਲੋੜ ਆ? ਸਾਡੀ ਕਿਹੜੀ, ਇਹ ਕਹਿੰਦੇ ਹੁੰਦੇ ਨਾ, ਚੱਕੀ ਰਾਏ ਦੀ ਕੌਣ ਸੁਣਦਾ। ਖੈਰ ਕਦੇ ਸੁਣੀ ਵੀ ਜਾਂਦੀ ਹੈ, ਕਹਿੰਦੇ ਉੱਪਰ ਵਾਲੇ ਦੀ ਅਦਾਲਤ ਬੜੀ ਭਾਰੀ ਹੈ। ਕੀ ਕਹਿੰਦੇ ਹੋ? ਬਿਲਕੁਲ, ਜਿੱਦਾਂ ਹੁਣ ਟਰਾਂਸਪੋਰਟ ਮਾਫੀਆ ਦੇ ਉੱਤੇ ਮਾੜਾ ਜਿਹਾ ਸਰਕਾਰ ਗਰਮ ਹੋਣ ਦੀ ਕੋਸ਼ਿਸ਼ ਕਰ ਰਹੀ ਹੈ। ਮਾਈਨਿੰਗ ਮਾਫੀਆ ਦੇ ਉੱਤੇ ਰੰਧਾਵਾ ਜੀ, ਤੁਸੀਂ ਇਹ ਦੇਖੋ ਕਿ ਜੇ ਕਿਤੇ ਤੁਸੀਂ ਕੋਈ ਕੰਸਟਰਕਸ਼ਨ ਸ਼ੁਰੂ ਕੀਤੀ ਹੋਈ ਪਿਛਲੇ ਦਿਨਾਂ ਦੇ ਵਿੱਚ, ਔਰ 5 ਸਾਲ ਪਹਿਲੇ ਵੀ ਕੰਸਟਰਕਸ਼ਨ ਦਾ ਕੋਈ ਰੇਤਾ ਮੰਗਾਇਆ ਹੋਏ, ਰੇਤੇ ਦੇ ਰੇਟ ਵਾਸਤੇ ਆਮ ਆਦਮੀ ਪਾਰਟੀ ਦੇ ਬੰਦੇ ਕਈ ਵਾਰ ਸ਼ੋਰ ਮਚਾ ਚੁੱਕੇ ਨੇ, ਪਰ ਹਜੇ ਤੱਕ ਕੁਝ ਵੀ ਨਹੀਂ ਹੋਇਆ। ਆਮ ਆਦਮੀ ਪਾਰਟੀ ਦੇ ਵੀ MLA ਦੇ ਉੱਤੇ ਆਰੋਪ ਲੱਗਦਾ ਵੀ ਰੇਤੇ ਦੀ ਬਹਿਤੀ ਨਦੀ ਦੇ ਵਿੱਚ ਉਹਨਾਂ ਨੇ ਵੀ ਕਈਆਂ ਨੇ ਹੱਥ ਧੋਏ ਨੇ। ਹੁਣ ਸਾਰੇ ਪੋਲੀਟੀਸ਼ੀਅਨ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ, ਔਰ ਆਮ ਜਨਤਾ ਜਿਹੜਾ ਇਸ ਗੱਲ ਦੀ ਵੇਟ ਕਰ ਰਹੀ ਹੈ ਕਿ ਰੇਤ ਮਾੜੀ ਮੋਟੀ ਜੀ ਸਸਤੀ ਸਾਨੂੰ ਵੀ ਮਿਲਣੀ ਸ਼ੁਰੂ ਹੋ ਜਾਏ। ਔਰ ਇੱਕ ਟਾਈਮ ਹੁੰਦਾ ਸੀਗਾ ਤੁਹਾਡੇ ਤਰਨਤਾਰਨ ਸਾਈਡ, ਹੋਰ ਜਗ੍ਹਾ ਤੇ ਰੇਤਾ ਤੇ ਐਂ ਹੀ ਕਹਿੰਦੇ ਵੀ ਚੱਲ ਕੀ ਹੈ, ਤੈਨੂੰ ਇੱਕ ਟਰਾਲੀ ਰੇਤਾ ਚਾਹੀਦੀ, ਉੱਦਾਂ ਹੀ ਭਰ ਕੇ ਲੈ ਜਾਓ। ਔਰ ਉਹਦੇ ਉੱਤੇ ਇੰਨੀ ਕਮਾਈ ਮੈਨੂੰ ਇਹ ਲੱਗਦਾ ਹੈ ਕਿ ਆਹ ਜਿਹੜਾ ਮਾਫੀਆ ਹੈਗਾ ਨਾ, ਇਹਨੂੰ ਕੰਟਰੋਲ ਕਰਨਾ ਕੈਪਟਨ ਅਮਰਿੰਦਰ ਸਿੰਘ ਵਾਸਤੇ ਵੀ, ਨਵਜੋਤ ਸਿੰਘ ਸਿੱਧੂ ਵਾਸਤੇ ਵੀ ਬਹੁਤ ਔਖਾ ਹੋਣਾ ਹੈ, ਕਿਉਂਕਿ ਆਪਣਿਆਂ ਦੇ ਖਿਲਾਫ ਵੀ ਐਕਸ਼ਨ ਲੈਣਾ ਪੈਣਾ ਹੈ। ਜੇ ਆਪਣਿਆਂ ਦੇ ਖਿਲਾਫ ਐਕਸ਼ਨ ਲਿੱਤਾ ਤੇ ਮਿਰਚਾਂ ਤੇ ਸਾਰਿਆਂ ਨੂੰ ਲੱਗੇਗੀ, ਕਿਉਂਕਿ ਵਾਰੀ ਆਈ ਹੈ ਹੁਣ ਇਹਨਾਂ ਦੀ 10 ਸਾਲ ਬਾਅਦ ਜਿਹੜੀ ਵਾਰੀ ਆਈ ਹੈ, ਉਹਨੂੰ ਵਾਰੀ ਨੂੰ ਭੁਗਤਣ ਤੇ ਸਹੀ, ਪਰ ਚਲੋ ਹੁਣ ਤੇ 6 ਮਹੀਨੇ ਹੋ ਗਏ, ਸ਼ਾਇਦ ਵਾਰੀ ਚਲੀ ਵੀ ਜਾਏ। ਹੁਣ ਲੱਗਦਾ ਹੈ ਸਰਕਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਏਗੀ, ਭਾਵੇਂ ਮਾਈਨਿੰਗ ਮਾਫੀਆ ਹੋਏ, ਭਾਵੇਂ ਟਰਾਂਸਪੋਰਟ ਮਾਫੀਆ ਹੋਏ। ਕੇਬਲ ਮਾਫੀਆ ਦਾ ਹਜੇ ਕੋਈ ਜ਼ਿਕਰ ਨਾ ਸਿੱਧੂ ਉਹਨਾਂ ਨੇ ਕੀਤਾ, ਨਾ ਕੈਪਟਨ ਸਾਹਿਬ ਨੇ ਕੀਤਾ। ਬਾਕੀ ਹੋਰ ਜਿਹੜੇ ਮਾਫੀਆ ਸੀਗੇ, ਹੁਣ ਤੁਸੀਂ ਇਹ ਦੱਸੋ ਕਿ ਪਿਛਲੀ ਸਰਕਾਰ ਦੇ ਵਿੱਚ ਕਾਂਗਰਸ ਹਮੇਸ਼ਾ ਐਲੀਗੇਸ਼ਨ ਲਗਾਉਂਦੀ ਸੀਗੀ ਕਿ ਇਹਨਾਂ ਨੇ ਸਰਕਾਰੀ ਪ੍ਰਾਪਰਟੀਆਂ, ਅਕਾਲੀਆਂ ਨੇ, ਭਾਜਪਾ ਨੇ ਵੇਚ ਜਾਂ ਗਹਿਣੇ ਪਾਤੀ। ਉਹਨਾਂ ਗਹਿਣੇ ਪਾਈ ਹੋਈ ਪ੍ਰਾਪਰਟੀ ਦਾ ਕੀ ਬਣਿਆ? ਉਹਦਾ ਕੋਈ ਡਾਟਾ ਕਿ ਸਰਕਾਰ ਨੇ PSIC ਦੀ ਅਗਲੀ 10 ਸਾਲਾਂ ਦੀ ਇਨਕਮ ਨੂੰ ਵੀ ਕਹਿੰਦੇ ਸੀ ਗਹਿਣੇ ਪਾਤਾ ਹੈ, ਪਰ ਕੋਈ ਡਾਟਾ, ਕੋਈ ਵਾਈਟ ਪੇਪਰ, ਕੋਈ ਏਦਾਂ ਦਾ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਉਹ ਇਸ ਸਰਕਾਰ ਦੇ ਵਿੱਚ ਲੋਕਾਂ ਤੱਕ ਨਹੀਂ ਪਹੁੰਚੀ। ਰਲੇ ਤੇ ਹੋਏ ਨੇ, ਪਰ ਉਹ ਰਲੇ ਕਿਸ ਹੱਦ ਤੱਕ ਨੇ, ਔਰ ਅਗਲੇ 6 ਮਹੀਨੇ ਦੇ ਵਿੱਚ ਵੀ ਏਦਾਂ ਰਲ ਕੇ ਅੱਗੇ ਗੱਡੀ ਤੁਰੇਗੀ ਲੱਗਦਾ ਨਹੀਂ ਹੈ, ਕਿਉਂਕਿ ਸਿੱਧੂ ਹੋਣਾ ਵੀ ਹੁਣ ਐਕਸ਼ਨ ਵਿੱਚ ਹੈਗੇ ਨੇ। ਉਹ 5 ਨੁਕਤਿਆਂ ਦੀ ਗੱਲ ਤੇ ਕਰਦੇ ਨੇ, ਬਾਕੀ ਜਿਹੜੇ 13 ਨੁਕਤੇ ਨੇ ਉਹਦੇ ਉੱਤੇ ਹਜੇ ਗੱਲ ਕਰਨੀ ਸ਼ੁਰੂ ਤੇ ਨਹੀਂ ਕੀਤੀ। ਪਰ ਉਹਨਾਂ ਦੇ ਵਿੱਚੋਂ ਹੀ ਇੱਕ ਨੁਕਤਾ SC ਵੈਲਫੇਅਰ ਜਿਹੜਾ ਬਿੱਲ ਲੈ ਕੇ ਆਉਣਾ ਚਾਹੁੰਦੇ ਨੇ ਸਰਕਾਰ, ਔਰ ਅਗਲੇ ਵਿਧਾਨ ਸਭਾ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਸ਼ਡਿਊਲ ਕਾਸਟ ਕਮਿਊਨਿਟੀ ਵਾਸਤੇ, ਭਾਈਚਾਰੇ ਵਾਸਤੇ ਇੱਕ ਬਿੱਲ ਲੈ ਕੇ ਆਣਗੇ, ਜਿਹਦੇ ਵਿੱਚ ਉਹਨਾਂ ਦੇ ਵੈਲਫੇਅਰ ਵਾਸਤੇ ਕਾਫੀ ਸਾਰੀ ਬਜਟ ਐਲੋਕੇਸ਼ਨ ਵੀ ਹੋਏਗੀ ਔਰ ਅੱਗੇ ਜਾ ਕੇ ਕੰਮ ਵੀ ਹੋਣਗੇ। ਜੀ ਹਾਂ, ਇਹ ਵੀ ਸੁਣਨਾ ਦਿਲਚਸਪ ਹੈ ਕਿ ਕੈਪਟਨ ਅਮਰਿੰਦਰ ਸਿੰਘ ਕੱਲ ਸ਼ਾਮ ਨੂੰ ਆਨਨ ਫਾਨਨ ਦੇ ਵਿੱਚ ਇਹ ਅਨਾਉਂਸਮੈਂਟ ਕਰ ਦਿੰਦੇ ਆ ਕਿ ਅਸੀਂ ਇਹਨਾਂ ਭਾਈਚਾਰਿਆਂ ਲਈ ਜਾਂ ਕੁਝ ਆਰਥਿਕ ਤੌਰ ਤੇ ਪਛੜੇ ਵਰਗਾਂ ਲਈ ਅਗਲੇ ਵਿਧਾਨ ਸਭਾ 'ਚ ਬਿੱਲ ਲਿਆਵਾਂਗੇ। ਅੱਜ ਦੇਖੋ, ਇਹ ਇਤਫਾਕ ਸੀ ਜਾਂ ਇਹ ਇੱਕ ਸੋਚੀ ਸਮਝੀ ਕਵਾਇਦ ਸੀ। ਅੱਜ ਸਿੱਧੂ ਨੇ ਉਹਨਾਂ MLAs ਨੂੰ ਮਿਲਣਾ ਸੀ ਕਾਂਗਰਸ ਭਵਨ 'ਚ ਚੰਡੀਗੜ੍ਹ ਦੇ ਵਿੱਚ। ਸ਼ਾਇਦ ਕਾਂਗਰਸ ਪਾਰਟੀ ਨਾਲੋਂ ਸਰਕਾਰ ਕਾਹਲੇ ਕਦਮੀ ਅਨਾਉਂਸਮੈਂਟ ਕਰਨਾ ਚਾਹ ਰਹੀ ਸੀ ਕਿ ਇਹ ਤੋਂ ਪਹਿਲਾਂ ਕਿ ਉਹ ਮੀਟਿੰਗ ਤੋਂ ਬਾਅਦ ਮੰਗ ਕਰਨ ਅਧਿਕਾਰਾਂ ਜਾਂ ਹੋਰ ਗੱਲਾਂ ਦੀ, ਅਸੀਂ ਇੱਕ ਖੁੱਲ੍ਹਾ ਜਿਹਾ ਬਿੱਲ ਲਿਆਉਣ ਦੀ ਗੱਲ ਕਹਿ ਕੇ ਸਭ ਕੁਝ ਕਹਿ ਦਈਏ ਕਿ ਅਸੀਂ ਤਾਂ ਪਹਿਲਾਂ ਹੀ ਕਹਿ ਚੁੱਕੇ ਹਾਂ। ਜਿੱਦਾਂ ਉਹਨਾਂ ਨੇ ਕਿਹਾ ਸੀ ਕਿ 5 ਨਿਕਾਤੀ ਪ੍ਰੋਗਰਾਮ ਤੇ ਕੰਮ ਆਲਰੇਡੀ ਗਵਰਨਮੈਂਟ ਕਰ ਚੁੱਕੀ ਹੈ ਸ਼ੁਰੂ। ਸੋ ਮੈਨੂੰ ਦੂਜਾ ਸਵਾਲ ਬੜਾ ਅਹਿਮ ਲੱਗਦਾ ਕਿ ਜੇ ਮੰਨ ਲਓ ਪਾਵਰ ਦੇ 2 ਸੈਂਟਰ ਨੇ ਤੇ 2 ਸੈਂਟਰਸ ਦੇ ਵਿੱਚ ਪੰਜਾਬ ਦੇ ਲੋਕਾਂ ਦੀ 4.5 ਸਾਲ ਦੀ ਲੇਟ ਜਿਹੜੀ ਸੀ, ਜਿਹਨੂੰ ਕਹਿੰਦੇ ਆ 4.5 ਸਾਲ ਦੀ ਜਿਹੜੀ
ਨਾ ਅਹਿਲੀਅਤ ਮੈਂ ਕਹੂੰਗਾ ਗਵਰਨਮੈਂਟ ਦਾ ਸੁਸਤ ਰਹਿਣਾ। ਔਰ ਜੇ ਗਵਰਨਮੈਂਟ ਇਹ ਮੰਨਦੀ ਆ, ਕਿਉਂਕਿ ਜੇ ਹੁਣ ਕੇਂਦਰ ਵਾਲੀ ਹਾਈ ਕਮਾਂਡ 18 ਨਿਕਾਤੀ ਪ੍ਰੋਗਰਾਮ ਦੇ ਕੇ ਕਹਿੰਦੀ ਕਿ ਤੁਸੀਂ ਆਹ ਕੰਮ ਕਰੋ, ਫਿਰ ਤੁਸੀਂ ਕੀ ਕੀਤਾ? ਤੁਸੀਂ ਤਾਂ 500 ਚੋਂ 450 480 ਪੂਰੇ ਕਰਤੇ ਸੀ। ਇਹਦਾ ਮਤਲਬ ਹੈ ਕਿ ਇਹ ਦੋ ਧਿਰੀ ਪਾਵਰ ਸੈਂਟਰ 'ਚ ਲੋਕਾਂ ਨੂੰ ਕੁਝ ਰਿਆਇਤ ਮਿਲੂਗੀ, ਰਾਹਤ ਮਿਲੂਗੀ। ਹਾਲਾਂਕਿ ਸਿਰਫ ਦਾਅਵੇ ਕੀਤੇ ਗਏ ਆ ਬੀਤੇ 'ਚ, ਸਿਰਫ ਚੋਣ ਮੈਨੀਫੈਸਟੋ ਵਾਅਦਿਆਂ ਦੀ ਇੱਕ ਫਹਿਰਿਸਤ ਆ। ਕਦੇ ਕਿਸੇ ਨੇ ਰਾਹਤ ਨਾਂ ਦੀ ਕੋਈ ਚੀਜ਼ ਨਹੀਂ ਦਿੱਤੀ। ਅੱਜ ਵੀ ਰੁਜ਼ਗਾਰ ਨੂੰ ਤਰਸਦੇ ਆ ਲੋਕ, ਉਹਨਾਂ ਨੂੰ ਕਹਿੰਦੇ ਤੁਹਾਨੂੰ ਦਾਲ ਰੋਟੀ ਦੇ ਤਾਂ ਰਹੇ ਆ। ਅੱਜ ਵੀ ਬੱਚੇ ਜਿਹੜੇ ਆ ਉਹ ਡਰਦੇ ਮਾਰੇ ਮਾਪੇ ਬਾਹਰ ਭੇਜੀ ਜਾਂਦੇ ਆ। ਅਸੀਂ ਕਹਿੰਦੇ ਆ ਤੁਹਾਨੂੰ ਆਈਲੈਟ ਸੈਂਟਰ ਸਰਕਾਰੀ ਤੌਰ ਤੇ ਖੋਲ ਦਿੰਦੇ ਆ। ਜ਼ਿੰਮੇਵਾਰੀ ਤੋਂ ਭੱਜਣਾ ਇੱਕ ਪਹਿਲੂ ਆ, ਲੇਕਿਨ ਜ਼ਿੰਮੇਵਾਰੀ ਨਿਭਾਉਣਾ ਦੂਜਾ ਪਹਿਲੂ ਆ। ਸੱਤਾ ਦੀ ਇਸ ਲੜਾਈ ਚੋਂ ਜੇ ਪੰਜਾਬ ਨੂੰ 2-3 ਮਹੀਨੇ ਕੁਝ ਚੰਗੇ ਫੈਸਲੇ ਕਰਨ ਨੂੰ ਵੇਖਣ ਨੂੰ ਮਿਲਦੇ ਆ ਤਾਂ ਚੰਗਾ ਰਹੂਗਾ। ਵੇਖਣ ਨੂੰ ਮਿਲਣਗੇ ਵੈਸੇ ਤੁਹਾਨੂੰ ਲੱਗਦਾ? ਮੈਨੂੰ ਲੱਗਦਾ ਹੈ ਕਿ ਮਿਲਣਗੇ, ਕਾਰਨ ਕਿ 18 ਪ੍ਰੋਗਰਾਮ ਦੇ ਵਿੱਚ ਜਿਹੜੇ ਬਾਕੀ ਦੇ 13 ਹੈਗੇ ਆ ਉਹ ਲੋਕਾਂ ਦੇ ਵੈਲਫੇਅਰ ਤੋਂ ਹੀ ਸੰਬੰਧ ਰੱਖਦੇ ਨੇ। ਇਹ 5 ਮੁੱਦੇ ਇਦਾਂ ਦੇ ਸੀਗੇ ਜਿਹੜੇ ਕੈਪਟਨ ਸਾਹਿਬ ਦੇ ਉੱਤੇ ਲੱਗੇ ਹੋਏ ਦਾਗ, ਉਹਨਾਂ ਨੂੰ ਧੋਣ ਵਾਸਤੇ ਇਹ ਕਦਮ ਉਠਾਉਣੇ ਬਹੁਤ ਜ਼ਰੂਰੀ ਸੀਗੇ। ਔਰ ਕੈਪਟਨ ਸਾਹਿਬ ਕਿਸੇ ਨਾ ਕਿਸੇ ਜਗ੍ਹਾ ਭਾਵੇਂ ਭਰੇ ਮਨ ਦੇ ਨਾਲ ਹੀ ਪਰ ਐਕਸ਼ਨ ਦੇ ਵਿੱਚ ਨਜ਼ਰ ਜ਼ਰੂਰ ਆ ਰਹੇ ਨੇ। ਕੁਝ ਮੁੱਦਿਆਂ ਤੇ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ, ਪਰ ਉਹ ਕੰਮ ਸਿਰੇ ਲੱਗਦਾ ਨਹੀਂ ਲੱਗਦਾ ਇਹਦਾ ਤਾਂ ਨਹੀਂ ਪਤਾ। ਪਰ ਇਹ ਜ਼ਰੂਰ ਹੈਗਾ ਕਿ ਵੀ ਅੱਗ ਬੁਝਾਉਣ ਵਾਲਿਆਂ ਦੇ ਵਿੱਚ ਵੀ ਕੈਪਟਨ ਸਾਹਿਬ ਦਾ ਨਾਂ ਜ਼ਰੂਰ ਸ਼ਾਮਿਲ ਹੋ ਸਕਦਾ ਹੈ ਕਿ ਵੀ ਇਹਨਾਂ ਮੁੱਦਿਆਂ ਤੇ ਇੱਕ ਕਦਮ ਜ਼ਰੂਰ ਅੱਗੇ ਵਧਾਇਆ ਸੀਗਾ, ਭਾਵੇਂ 4.5 ਸਾਲ ਬਾਅਦ ਹੀ। ਖਾਸ ਕਰਕੇ ਜਿੱਦਾਂ ਪਾਵਰ ਪਰਚੇਜ਼ ਐਗਰੀਮੈਂਟ ਦੇ ਉੱਤੇ ਸੁਖਬੀਰ ਉਹਨਾਂ ਦਾ ਬਾਰ-ਬਾਰ ਇਹ ਬਿਆਨ ਕਿ ਇਹ ਜਿਹੜਾ ਮਨਮੋਹਨ ਸਿੰਘ ਉਹਨਾਂ ਦੇ ਟਾਈਮ ਦੇ ਵਿੱਚ ਜਿਹੜਾ ਸਟੈਂਡਰਡ ਪਾਵਰ ਪਰਚੇਜ਼ ਐਗਰੀਮੈਂਟ ਸੀਗਾ ਅਸੀਂ ਉਹੀ ਚੱਕਿਆ, ਉਹ ਚੱਕ ਕੇ ਸਿੱਧਾ ਉਹੀ ਇੰਪਲੀਮੈਂਟ ਕਰਕੇ ਪੰਜਾਬ ਦੇ ਵਿੱਚ ਸਾਈਨ ਕਰਾਏ ਗਏ। ਹੁਣ ਇਸ ਤੋਂ ਬਾਅਦ ਕੈਪਟਨ ਸਰਕਾਰ ਕਿਉਂ ਚੁੱਪ ਹੈ? ਜੇ ਵਾਕਈ ਮਨਮੋਹਨ ਸਿੰਘ ਉਹਨਾਂ ਨੇ ਇਸ ਐਗਰੀਮੈਂਟ ਦੀ ਡਰਾਫਟ ਉੱਥੋਂ ਸੈਂਟਰ ਤੋਂ ਆਇਆ ਸੀ, ਕੇਂਦਰ ਤੋਂ ਆਇਆ ਸੀਗਾ, ਤੇ ਵਾਕਈ ਸੁਖਬੀਰ ਬਾਦਲ ਉਹਨਾਂ ਬਿਲਕੁਲ ਪਾਕ ਸਾਫ਼ ਨੇ। ਹੁਣ ਸਰਕਾਰ ਦਾ ਫਰਜ਼ ਬਣਦਾ ਹੈ ਉਹ ਵਾਲਾ ਐਗਰੀਮੈਂਟ ਮੰਗਾ ਕੇ ਜਿਹੜਾ ਸਟੈਂਡਰਡ ਐਗਰੀਮੈਂਟ ਸੀਗਾ ਜਾਂ ਜਿਹੜਾ ਸੁਖਬੀਰ ਬਾਦਲ ਉਹਨਾਂ ਨੇ ਸਾਈਨ ਕਰਾਇਆ ਸੀਗਾ, ਉਹਨਾਂ ਨੂੰ ਕੰਪੇਅਰ ਕਰਕੇ ਉਹਦੇ ਵਿੱਚ ਜਿਹਨੂੰ ਆਪਾਂ ਫਾਲਟੀ ਕਲਾਊਜ਼ਸ ਕਹਿੰਦੇ ਆ, ਉਹ ਫਾਲਟੀ ਕਲਾਊਜ਼ਸ ਕਿਹੜੇ ਹੈਗੇ ਆ ਇਹਨੂੰ ਵੀ ਉਜਾਗਰ ਕਰਨ ਦੀ ਲੋੜ ਹੈਗੀ ਹੈ। ਜਿਹਦੇ ਕਰਕੇ ਜੇ ਵਾਕਈ ਉਹਦੇ ਵਿੱਚ ਕੁਝ ਅਦਲ ਬਦਲ ਇਸ ਤਰ੍ਹਾਂ ਦੀ ਕੀਤੀ ਗਈ ਹੈ ਜਿਹਦੇ ਨਾਲ ਸਟੇਟ ਦੇ ਐਕਸਚੇਕਰ ਨੂੰ ਨੁਕਸਾਨ ਹੋਏ, ਸਟੇਟ ਨੂੰ ਲੁੱਟਣ ਦੇ ਵਿੱਚ ਕਿਸੇ ਨੂੰ ਮੌਕਾ ਦੇਣ ਦੀ ਗੱਲ ਹੋਏ, ਤੇ ਫਿਰ ਤੇ ਮੈਨੂੰ ਇਹ ਲੱਗਦਾ ਹੈ ਕਿ ਲੀਗਲ ਐਕਸ਼ਨ ਉਸ ਟਾਈਮ ਦੀ ਅਫਸਰਾਂ ਔਰ ਉਸ ਟਾਈਮ ਦੀ ਸਰਕਾਰਾਂ ਦੇ ਖਿਲਾਫ ਵੀ ਕੀਤਾ ਜਾ ਸਕਦਾ ਹੈ। ਜਿਨ੍ਹਾਂ ਨੇ ਭਾਸਕਰ ਸਾਹਿਬ ਤੁਸੀਂ ਠੀਕ ਕਹਿ ਰਹੇ ਹੋ, ਮਾਫੀ ਚਾਹੁੰਦਾ ਤੁਹਾਨੂੰ ਰੋਕਿਆ ਮੈਂ। ਲੇਕਿਨ ਇਸ ਗੱਲ ਦਾ ਕੱਲ ਦਰਸ਼ਨ ਭੁੱਲਰ ਜਿਹੜੇ ਸਾਬਕਾ ਅਧਿਕਾਰੀ ਨੇ ਬੋਰਡ ਦੇ, ਉਹਨਾਂ ਨੇ ਇਹ ਗੱਲ ਸਾਫ਼ ਕੀਤੀ ਸੀ ਕਿ ਜਿਹੜਾ ਰੈਗੂਲੇਟਰ ਹੈ, ਕਿਉਂਕਿ ਸੈਂਟਰ ਗਵਰਨਮੈਂਟ ਨੇ ਸਟੈਂਡਰਡ ਕੋ ਨਿਯਮ ਬਣਾਤੇ ਹੋਣਗੇ, ਉਸ ਤੋਂ ਬਾਅਦ ਜਿਹੜਾ ਰੈਗੂਲੇਟਰ ਹੈ ਕੇਂਦਰੀ ਰੈਗੂਲੇਟਰ, ਉਹਨੇ ਕਿਹਾ ਸੀਗਾ ਕਿ ਜੇਕਰ ਤੁਸੀਂ ਪ੍ਰਾਈਵੇਟ ਪਲੇਅਰਸ ਦੇ ਨਾਲ ਗਵਰਨਮੈਂਟਸ ਨੇ ਅੱਗੇ ਵਧਣਾ ਤੇ ਉਹਦੇ ਵਿੱਚ ਉਹ ਇਹਨਾਂ ਚੀਜ਼ਾਂ ਨੂੰ ਆਪਣੇ ਢੰਗ ਨਾਲ ਚੈੱਕ ਰੱਖਣ ਲਈ ਰੱਖ ਸਕਦੇ। ਬਹੁਤ ਸਾਰੀਆਂ ਚੀਜ਼ਾਂ ਕੱਲ ਉਹਨਾਂ ਨੇ ਗਣਾਈਆਂ ਸੀ ਕਿ ਸਮਝੌਤੇ ਵੇਲੇ ਅਸੀਂ ਉਹ ਪਹਿਲੂ ਇਗਨੋਰ ਕਰਦੇ। ਇੱਕ ਬੜੀ ਦਿਲਚਸਪ ਗੱਲ ਉਹਨਾਂ ਨੇ ਕਹੀ ਸੀ ਕਿ ਰੈਗੂਲੇਟਰ ਕਹਿੰਦਾ ਜਦੋਂ ਸਮਝੌਤਾ ਕਰਨਾ ਇਸ ਗੱਲ ਨੂੰ ਧਿਆਨ 'ਚ ਰੱਖ ਕੇ ਕਰਿਓ ਕਿ ਅੱਜ ਤੇ ਸਾਨੂੰ ਕੋਲੇ ਤੋਂ ਬਣਨ ਵਾਲੀ ਬਿਜਲੀ ਲੋੜ ਆ, ਕੱਲ ਨੂੰ ਕੋਈ ਨਵੇਂ ਰਿਸੋਰਸ ਵੀ ਆ ਸਕਦੇ ਆ, ਕੱਲ ਨੂੰ ਕੋਈ ਟੈਕਨੋਲੋਜੀ ਨਵੀਂ ਆ ਸਕਦੀ ਹੈ, ਕੱਲ ਨੂੰ ਸੂਰਜ ਤੋਂ ਵੀ ਤੁਹਾਨੂੰ ਕੋਈ ਮਿਲ ਸਕਦੀ ਹੈ ਤੇ ਪਰਾਲੀ ਤੋਂ ਵੀ ਮਿਲ ਸਕਦੀ ਹੈ, ਤੇ ਤੁਹਾਨੂੰ ਕੋਈ ਹੋਰ ਵੀ ਤਰੀਕਾ ਮਿਲ ਸਕਦਾ ਪਰਮਾਣੂ ਟਾਈਪ ਦਾ। ਇਸ ਕਰਕੇ ਤੁਸੀਂ ਇਹਨੂੰ ਸ਼ਾਰਟ ਟਰਮ ਤੇ ਲੌਂਗ ਟਰਮ ਦੋ ਪੱਖਾਂ 'ਚ ਵੰਡ ਕੇ ਕਰਿਓ। ਲੌਂਗ ਟਰਮ ਦੇ ਵਿੱਚ ਵੀ ਤੁਹਾਡੇ ਕੋਲ ਇਹਦੇ 'ਚ ਵਾਪਸ ਹੋਣ ਦੇ ਰਾਹ ਰਸਤੇ ਹੋਣੇ ਚਾਹੀਦੇ ਆ। ਜੇ ਰੈਗੂਲੇਟਰ ਇਹ ਕਹਿ ਰਿਹਾ ਸੀ, ਇਹਦਾ ਮਤਲਬ ਕੇਂਦਰ ਨੇ ਜੋ ਕਿਹਾ, ਡਾਕਟਰ ਮਨਮੋਹਨ ਸਿੰਘ ਦੀ ਅਸੀਂ ਕੋਈ ਅੰਨੀ ਸਪੋਰਟ ਨਹੀਂ ਕਰ ਰਹੇ ਇੱਥੇ, ਲੇਕਿਨ ਜੇ ਰੈਗੂਲੇਟਰ ਕਹਿ ਰਿਹਾ ਤੇ ਰੈਗੂਲੇਟਰ ਕੌਣ ਆ? ਉਹ ਜਿਹੜਾ ਸਾਰੀਆਂ ਸਟੇਟਾਂ ਨੂੰ ਮੇਰਾ ਖਿਆਲ ਰੈਗੂਲੇਟ ਕਰਨ ਦਾ ਹੀ ਕੰਮ ਕਰਦਾ ਹੋਊਗਾ। ਤੇ ਫਿਰ ਜਿਹਨੇ ਇਹ ਐਗਰੀਮੈਂਟ ਕੀਤੇ ਉਹਨੇ ਅੱਖਾਂ ਕਿਉਂ ਮੀਟੀਆਂ ਕਿ ਉਹਨੇ ਖੁੱਲਾ ਹੱਥ ਪ੍ਰਾਈਵੇਟ ਪਲੇਅਰ ਨੂੰ ਦਿੱਤਾ? ਉਦੋਂ ਹੀ ਦਿੱਤਾ ਜਾਂਦਾ ਜਦੋਂ ਜੱਫੀ ਪੀਡੀ ਹੋਵੇ, ਜਦੋਂ ਇੱਕੋ ਹੀ ਸੋਫੇ ਤੇ ਬਹਿ ਕੇ ਹੱਥ 'ਚ ਹੱਥ ਪਾਏ ਹੋਣ, ਫੇਰ ਹੀ ਕਿਹਾ ਜਾ ਸਕਦਾ ਨਾ। ਕੀ ਕਹਿੰਦੇ ਹੋ? ਬਿਲਕੁਲ ਠੀਕ ਕਹਿ ਰਹੇ ਹੋ। ਮੈਂ ਇਸ ਕਰਕੇ ਇਹ ਕਹਿ ਰਿਹਾ ਕਿ ਜਿਹੜਾ ਸਟੈਂਡਰਡ ਐਗਰੀਮੈਂਟ ਸੀਗਾ, ਉਹ ਭਾਵੇਂ ਸੈਂਟਰਲ ਰੈਗੂਲੇਟਰੀ ਅਥਾਰਟੀ ਨੇ ਇਸ ਗੱਲ ਦੀ ਇਜਾਜ਼ਤ ਦਿੱਤੀ ਹੋਏ ਕਿ ਤੁਸੀਂ ਇਹਨਾਂ ਸਮਝੌਤਿਆਂ ਦੇ ਵਿੱਚ ਸਟੇਟ ਦੇ ਹਿੱਤਾਂ ਵਾਸਤੇ ਕੁਝ ਹੇਰ-ਫੇਰ ਜਾਂ ਕੁਝ ਚੇਂਜਸ ਕਰ ਸਕਦੇ ਹੋ, ਪਰ ਇੱਥੇ ਹੈਗੀ ਹੈ ਸਟੇਟ ਦੇ ਹਿੱਤਾਂ ਵਾਸਤੇ। ਪਰ ਇੱਥੇ ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ ਸਾਈਨ ਹੋਏ ਉਹਦੇ ਵਿੱਚ ਸਟੇਟ ਦੇ ਹਿੱਤਾਂ ਨੂੰ ਤਾਕ ਤੇ ਰੱਖ ਦਿੱਤਾ ਗਿਆ, ਸਟੇਟ ਦਾ ਤੇ ਕੋਈ ਹਿੱਤ ਸੋਚਿਆ ਹੀ ਨਹੀਂ ਗਿਆ। ਔਰ ਇਹੀ ਐਲੀਗੇਸ਼ਨ ਲੱਗ ਰਹੇ ਨੇ, ਜਿੱਦਾਂ ਮੈਂ ਪਹਿਲੇ ਵੀ ਕਹਿ ਚੁੱਕਿਆ, ਉਸ ਟਾਈਮ ਦੇ ਉਹ ਅਫਸਰ ਜਿਨ੍ਹਾਂ ਨੇ ਉਸ ਐਗਰੀਮੈਂਟ ਤੇ ਸਾਈਨ ਕੀਤੇ ਸੀਗੇ, ਜਿੱਦਾਂ ਆਪਾਂ ਬੇਅਦਬੀਆਂ ਦੇ ਕਾਂਡ ਦੇ ਵਿੱਚ ਡੀਜੀਪੀ ਦੀ
ਪੁੱਛਗਿੱਛ ਵਾਸਤੇ ਪਹਿਲੇ ਕਈ ਵਾਰ ਕਵਾਇਦ ਹੋ ਚੁੱਕੀ ਹੈ, ਤੇ ਕਿਉਂ ਨਹੀਂ ਇਹ ਪੁੱਛਿਆ ਜਾਏ ਕਿ ਤੁਹਾਨੂੰ ਕਿਸੇ ਨੇ ਮਜਬੂਰ ਕੀਤਾ ਸੀਗਾ ਇਹਨਾਂ ਐਗਰੀਮੈਂਟ ਦੇ ਵਿੱਚ ਸਾਈਨ ਕਰਨ ਕੇ, ਜਾਂ ਤੁਹਾਡੇ ਆਪਣੇ ਐਕਸਪੀਰੀਅੰਸ ਦੇ ਬੇਸ ਤੇ ਤੁਹਾਨੂੰ ਸਟੇਟ ਦੇ ਹਿੱਤ 'ਚ ਇਦਾਂ ਦੇ ਐਗਰੀਮੈਂਟ ਲੱਗੇ ਸੀ ਤਾਂ ਕਰਕੇ ਸਾਈਨ ਕੀਤੇ ਸੀਗੇ। ਪਰ ਕੋਈ ਵੀ ਸਰਕਾਰ, ਕੋਈ ਵੀ ਪੋਲੀਟੀਕਲ ਪਾਰਟੀ ਕਦੀ ਚੋਰ ਦੇ ਇੰਨੇ ਪਿੱਛੇ ਨਹੀਂ ਜਾਂਦੀ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਜੇ ਅੱਜ ਅਸੀਂ ਚੋਰ ਦੇ ਪਿੱਛੇ ਜਾਵਾਂਗੇ ਤੇ ਕੱਲ ਨੂੰ ਅਗਲੇ ਜਿਹੜੇ ਆਣਗੇ ਉਹ ਵੀ ਚੋਰ ਪਿੱਛੇ ਜਾਣਗੇ। ਤੇ ਇਹੀ ਗੱਲ ਹੁੰਦੀ ਹੈ 75-25 ਵਾਲੀ, ਜੋ ਸਿੱਧੂ ਉਹਨਾਂ ਕਦੀ ਐਲੀਗੇਸ਼ਨ ਲਾਉਂਦੇ ਸੀਗੇ ਕਿ ਚੋਰ ਨੂੰ ਉਹਨਾਂ ਨੂੰ ਉਡਾ ਦੇ ਦਿਓ, ਭੱਜ ਜਾਏ, ਅਸੀਂ ਬਾਅਦ ਚੋਂ ਕਹਿ ਸਕੀਏ ਕਿ ਵੀ ਭੱਜ ਗਿਆ, ਤੇ ਆਪਣੀ ਵੀ ਜਾਨ ਛੁੱਟੇ ਤੇ ਕੇਸ ਵੀ ਖਤਮ ਕਰ ਦਈਏ। ਹੁਣ ਹੋਰ ਮੁੱਦਿਆਂ ਦੇ ਉੱਤੇ ਤੁਸੀਂ ਇਹ ਦੇਖੋ ਕਿ ਬਹੁਤ ਸਾਲਾਂ ਤੋਂ ਬਿਜਲੀ ਦੇ ਮੁੱਦੇ ਦੇ ਉੱਤੇ ਕਈ ਟਾਈਮ ਅਲੱਗ-ਅਲੱਗ ਚੱਲੀ। ਡਾਕਟਰ ਮਨਮੋਹਨ ਸਿੰਘ ਜਦ ਪ੍ਰਧਾਨ ਮੰਤਰੀ ਹੁੰਦੇ ਸੀਗੇ ਉਸ ਟਾਈਮ ਨਿਊਕਲੀਅਰ ਪਲਾਂਟ ਲਾਉਣ ਦੀ ਗੱਲ ਕੀਤੀ ਗਈ, ਨਿਊਕਲੀਅਰ ਪਾਵਰ ਪਲਾਂਟ, ਔਰ ਉਹਦੇ ਵਿੱਚੋਂ ਪੰਜਾਬ ਨੂੰ ਵੀ ਸਿਲੈਕਟ ਕੀਤਾ ਗਿਆ ਸੀਗਾ। ਤਦ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਇਸ ਗੱਲ ਦੇ ਉੱਤੇ ਆਬਜੈਕਸ਼ਨ ਲਾਇਆ ਸੀਗਾ ਕਿ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਕੋਈ ਨਿਊਕਲੀਅਰ ਪਾਵਰ ਪਲਾਂਟ ਲੱਗੇ, ਹਾਂ ਤੁਸੀਂ ਹਰਿਆਣੇ ਦੇ ਵਿੱਚ ਲਾ ਲਓ, ਉਹਦੇ ਵਿੱਚ ਅਸੀਂ ਆਪਣਾ ਹਿੱਸਾ ਪਾ ਲਾਂਗੇ। ਔਰ ਹਰਿਆਣੇ ਵਾਲੇ ਕਹਿੰਦੇ ਸੀ ਪੰਜਾਬ ਲਾ ਲੇ, ਪੰਜਾਬ ਦੇ ਵਿੱਚ ਅਸੀਂ ਹਿੱਸਾ ਪਾ ਲਾਂਗੇ। ਯਾਨੀ ਉਹ ਗੱਲ ਬਿਲਕੁਲ ਰੁਲ ਗਈ। ਉਸ ਤੋਂ ਪਹਿਲੇ ਗੱਲ ਚੱਲਦੀ ਸੀ ਸਪੈਸ਼ਲ ਇਕਨੋਮਿਕ ਜ਼ੋਨ ਦੀ, ਜੋ ਕਈ ਸੂਬਿਆਂ ਦੇ ਵਿੱਚ ਬੜੇ ਵੱਡੇ ਪੱਧਰ ਤੇ ਸਪੈਸ਼ਲ ਇਕਨੋਮਿਕ ਜ਼ੋਨ ਲਾਏ ਜਾਣੇ ਸੀਗੇ। ਪਰ ਕਿਸੇ ਜਗ੍ਹਾ ਤੁਸੀਂ ਦੇਖਿਆ SEZ ਦਾ ਨਾਂ ਕਦੀ ਬਹੁਤ ਜ਼ਿਆਦਾ ਮਸ਼ਹੂਰ ਹੁੰਦਾ ਸੀ, ਅੱਜ ਉਹ SEZ ਦੀ ਟਰਮ ਹੀ ਖਤਮ ਹੈਗੀ ਹੈ। ਫੋਕਲ ਪੁਆਇੰਟ ਵੀ ਬਾਦਲਾਂ ਨੇ ਲਾਏ ਜ਼ਰੂਰ ਸੀਗੇ, ਪਰ ਜਿਸ ਤਰੀਕੇ ਨਾਲ ਉਹ ਰੁਲ ਰਹੇ ਨੇ ਉਹਦਾ ਕੋਈ ਪੁੱਛਗਿੱਛ ਨਹੀਂ ਹੈਗੀ। ਤੇ ਸਰਕਾਰ ਕਈ ਵਾਰ ਫੈਸਲੇ ਇਦਾਂ ਦੇ ਲੈ ਲੈਂਦੀ ਹੈ, ਉਹਨਾਂ ਫੈਸਲਿਆਂ ਦੀ ਹੀ ਰਾਖੀ ਨਹੀਂ ਕਰਦੀ ਤੇ ਭੁਗਤਣਾ ਕਿਹਨੂੰ ਪੈਂਦਾ, ਲੋਕਾਂ ਨੂੰ, ਜੋ ਸਰਕਾਰ ਦੀ ਸਕੀਮਾਂ ਤੋਂ ਇੱਕ ਤਰੀਕੇ ਨਾਲ ਅਟਰੈਕਟ ਹੋ ਕੇ ਉਹਦੇ ਵਿੱਚ ਆਪਣਾ ਪੈਸਾ ਲਾ ਦਿੰਦੇ ਨੇ। ਹੁਣ ਗੱਲ ਰਹੀ PPA ਐਗਰੀਮੈਂਟ ਦੀ, ਮੈਨੂੰ ਲੱਗਦਾ ਨਹੀਂ ਜਿੰਨਾ ਕੁ ਭੰਬਲ ਭੂਸਾ ਪੈ ਗਿਆ ਉਹਦੇ ਹਿਸਾਬ ਨਾਲ ਪਾਵਰ ਪਰਚੇਜ਼ ਐਗਰੀਮੈਂਟ ਇਸ ਟਰਮ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਰੱਦ ਵੀ ਕਰ ਸਕਦੇ। ਬਿਲਕੁਲ ਸੁਣਿਆ ਹੈ ਕਿ ਇਹਦੇ ਵਿੱਚ ਪਤਾ ਨਹੀਂ ਕਿੰਨੀ ਪੈਨਲਟੀ ਪੈ ਸਕਦੀ ਹੈ ਜੇ ਤੁਸੀਂ ਪਿੱਛੇ ਹਟਦੇ ਹੋ। ਜਦੋਂ ਇਹ ਕੋਰਟਾਂ 'ਚ ਗੱਲ ਜਾਊਗੀ ਤੇ ਫਿਰ ਪਤਾ ਨਹੀਂ ਕੀ ਕੁਝ ਹੋਣਾ। ਕੁਝ ਤਾਂ ਕਹਿੰਦੇ ਆ ਸਾਡੇ ਦੋਸਤ ਮਿੱਤਰ ਜਿਹੜੇ ਕਮੈਂਟ ਲਿਖਦੇ ਹੁੰਦੇ ਆ, ਉਹ ਕਹਿੰਦੇ ਜੀ ਇਹਦਾ ਭੋਗ ਪਾ ਦਿਓ, ਕਾਰਪੋਰੇਸ਼ਨ ਦਾ ਨਾ ਹੋਊਗਾ, ਬਾਂਸ ਨਾ ਵੱਜੂਗੀ ਬਾਂਸਰੀ, ਆਪੇ ਕਿਧਰਾਂ ਲੜਾਈ ਲੜਨਗੇ, ਸਮਝੌਤੇ ਜਿਹਦੇ ਨਾਲ ਹੋਏ ਆ ਉਹਨੂੰ ਦਿਵਾਲੀਆ ਕਰ ਦਿਓ, ਕੁਝ ਵੀ ਸੰਭਵ ਆ। ਖੈਰ ਇਸ ਵੇਲੇ ਵਿਲ ਦੀ ਗੱਲ ਆ, ਇੱਛਾ ਸ਼ਕਤੀ ਦੀ ਗੱਲ ਆ ਕਿ ਕੌਣ ਸਿਆਸੀ ਇੱਛਾ ਸ਼ਕਤੀ ਵਿਖਾਉਂਦਾ ਹੈ। ਲੜਾਈ ਸਿਖਰ ਤੇ ਆ ਤੇ ਲੜਾਈ ਦੇ ਵਿੱਚੋਂ ਆਪਣੇ ਆਪ ਨੂੰ ਹੀਰੋ ਸਾਬਤ ਕਰਨ ਦੀ ਹੋੜ ਜਿਹੜੀ ਤਗੜੀ ਹੈ। ਖੈਰ ਜੇ ਇਹਦੇ ਚੋਂ ਪੰਜਾਬ ਲਈ ਕੁਝ ਨਿਕਲ ਆਵੇ। ਮੈਨੂੰ ਹੁਣ ਇੱਕ ਜਿਹੜੀ ਆਖਰੀ ਗੱਲ ਆਪਾਂ ਕਰਨੀ ਹੈ ਤੇ ਦਿਲਚਸਪ ਵੀ ਹੈ। ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਾਰਾਸ਼ਟਰ ਤੇ ਇੱਕ ਹੋਰ ਸਟੇਟ ਵਾਂਗ CBI ਦਾ ਦਖਲ, ਸਿੱਧਾ ਦਖਲ ਬਿਨਾਂ ਸਰਕਾਰ ਦੀ ਪਰਮਿਸ਼ਨ ਦੇ ਬੰਦ ਕਰਤਾ ਕਿ CBI ਸਿੱਧਾ ਰੇਡ ਨਹੀਂ ਕਰ ਸਕਦੀ, CBI ਗਵਰਨਮੈਂਟ ਦੀ ਇਜਾਜ਼ਤ ਦੇ ਬਿਨਾਂ ਸਟੇਟ 'ਚ ਦਾਖਲ ਨਹੀਂ ਹੋ ਸਕਦੀ। ਪੰਜਾਬ ਨੇ ਇਸ ਤਰ੍ਹਾਂ ਦਾ ਕੋਈ ਕੈਬਨਿਟ 'ਚ ਰੈਜੂਲੇਸ਼ਨ ਲਿਆਂਦਾ ਕਿ ਜਾਂ ਵਿਧਾਨ ਸਭਾ 'ਚ, ਮੈਨੂੰ ਯਾਦ ਨਹੀਂ, ਤੁਸੀਂ ਦੱਸਿਓ। ਹੁਣ ਜਦੋਂ ਧਰਮਸੋਤ ਦੀ ਵਾਰੀ ਆਈ, ਮੰਤਰੀ ਸਾਹਿਬ ਚੰਗਾ ਜਰਾ ਲਾਲੀ ਗੱਲਾਂ ਤੇ ਭਖਾ ਕੇ ਰੱਖਦੇ ਆ ਤੇ ਪੰਗਾ ਪੈ ਗਿਆ ਵੱਡਾ। ਉਹਨਾਂ ਲੋੜਵੰਦ ਬੱਚਿਆਂ ਦੇ ਵਜ਼ੀਫੇ ਕਿਤੇ ਇੱਧਰ ਉੱਧਰ ਹੋ ਗਏ, ਰੁਲ ਗਏ। ਮਹਿਕਮੇ ਦਾ ਸਕੱਤਰ, ਪ੍ਰਿੰਸੀਪਲ ਸਕੱਤਰ, ਉਹਨੇ ਹੀ ਕਿਹਾ ਵੀ ਹਾਂ ਇਹ ਹੋਇਆ। ਪਹਿਲਾਂ ਜਾਂ ਤਾਂ ਆਪਸ ਵਿੱਚ ਖਟਕਦੀ ਹੋਊਗੀ ਆਮ ਤੌਰ ਤੇ ਮਸਲੇ ਬਾਹਰ ਹੀ ਨਹੀਂ ਆਉਂਦੇ। ਹੁਣ CBI ਪਹੁੰਚ ਗਈ ਹੈ ਜੀ, ਆਪਣਿਆਂ ਤਾਂ ਕਲੀਨ ਚਿੱਟ ਦੇਤੀ, ਦੇਣੀ ਹੁੰਦੀ ਆ, ਬਣਦਾ ਵੀ ਆ ਜੀ, ਘਰ ਦੇ ਜੀ ਬਚਾਏ ਜਾਂਦੇ ਅਕਸਰ। ਲੇਕਿਨ ਹੋ ਸਕਦਾ ਸਾਫ਼ ਸੁਥਰੇ ਵੀ ਹੋਣ, ਮੈਂ ਨਹੀਂ ਕਹਿੰਦਾ। ਲੇਕਿਨ ਹੁਣ ਜਦੋਂ CBI ਆ ਗਈ ਆ, ਇੱਕ ਪਾਸਿਓਂ ਪਹਿਲਾਂ ਸ਼ੁਰੂ 'ਚ ਵਿਰੋਧ ਹੋਇਆ, ਹੁਣ CBI ਨੂੰ ਹੌਲੀ ਹੌਲੀ ਪੈਰ ਧਰਾਵਾ ਕਰਨ ਵੀ ਦਿੱਤਾ ਜਾ ਰਿਹਾ। ਇਹ ਦੋ ਪਹਿਲੂ ਮੈਨੂੰ ਸਮਝਾਇਓ। ਪਹਿਲਾਂ ਕੈਪਟਨ ਗਵਰਨਮੈਂਟ ਨਾ ਨੁੱਕਰ ਕਰਦੀ ਨਜ਼ਰ ਆਉਂਦੀ ਹੈ, ਹੁਣ ਹਾਂ ਕਰਦੀ ਨਜ਼ਰ ਆਉਂਦੀ ਹੈ। CBI ਦਫ਼ਤਰ 'ਚ ਕਹਿੰਦੇ ਪਹੁੰਚ ਵੀ ਗਈ, ਦਸਤਾਵੇਜ਼ ਵੀ ਚਾਹੀਦੇ ਆ। ਬਾਦਲ ਕਹਿੰਦੇ ਦਸਤਾਵੇਜ਼ ਦੇ ਨਹੀਂ ਰਹੇ, ਤੁਸੀਂ ਗਲਤ ਕਰ ਰਹੇ ਹੋ, ਸਾਡੀ ਵਾਰੀ ਆਈ ਫੱਟੇ ਚੱਕ ਦਿਆਂਗੇ। ਇਸ ਵੇਲੇ ਸਥਿਤੀ ਕਿੱਥੇ ਖੜੀ ਆ? ਕਿੰਨੀ ਕੁ ਔਖੀ ਹੋ ਗਈ ਜਾਨ, ਔਖੀ ਹੋ ਗਈ ਕਿੰਨੀ ਕੁ ਜਾਨ, ਦੱਸਿਓ ਜਰਾ। CBI ਕੁਝ ਕਰੂ? ਬੜੀ ਮੁਸ਼ਕਿਲ ਨਾਲ ਧਰਮਸੋਤ ਹੋਣਾ ਕਲੀਨ ਚਿੱਟ ਲੈ ਕੇ ਬੈਠੇ ਹੀ ਸੀਗੇ, ਉਤੋਂ CBI ਨੇ ਦਰਵਾਜ਼ਾ ਖੜਕਾਤਾ। ਯਾਨੀ ਚੀਫ ਸੈਕਟਰੀ ਜਿਹੜੇ ਪੰਜਾਬ ਦੀ ਮੈਡਮ ਵਿਨੀ ਮਹਾਜਨ ਜੀ ਹੈਗੀ ਹੈ, ਉਹਨਾਂ ਦੀ ਕਮੇਟੀ ਦੇ ਵਿੱਚ ਉਹਨਾਂ ਨੂੰ ਪਾਕ ਬਰੀ ਕਰਤਾ। ਉਸ ਤੋਂ ਪਹਿਲੇ ਉਹਨਾਂ ਦੇ ਹੀ ਪ੍ਰਿੰਸੀਪਲ ਸੈਕਟਰੀ ਨੇ ਇਲਜ਼ਾਮ ਲਾਇਆ ਸੀਗਾ 55 ਕਰੋੜ ਦੇ ਕਰੀਬ ਦਾ ਗਬਨ ਸੀਗਾ, ਜਿਹਦੇ ਵਿੱਚੋਂ 16 ਕਰੋੜ ਰੁਪਏ ਤੇ ਉਹਨਾਂ ਇੰਸਟੀਟਿਊਸ਼ਨਸ ਨੂੰ ਦੇ ਦਿੱਤੇ ਗਏ ਜੋ ਕਾਗਜ਼ਾਂ ਤੇ ਹੀ ਹੈਗੇ ਆ, ਧਰਤੀ ਤੇ ਕੋਈ ਇੰਸਟੀਟਿਊਸ਼ਨ ਹੈ ਹੀ ਨਹੀਂ। ਉਹਨੂੰ ਕਹਿੰਦੇ ਆਪਾਂ ਗੋਸਟ ਇੰਸਟੀਟਿਊਸ਼ਨ। ਉਹਨਾਂ ਪੈਸਿਆਂ ਦਾ ਹਿਸਾਬ ਨਾ ਕਾਗਜ਼ ਵਿੱਚ ਮਿਲ ਰਿਹਾ, ਨਾ ਹਿਸਾਬ ਕਿਤਾਬ ਦੇ ਵਿੱਚ ਮਿਲ ਰਿਹਾ। ਹੁਣ ਮੁੱਖ ਚੀਫ ਸੈਕਟਰੀ ਤੋਂ ਕਲੀਨ ਚਿੱਟ ਮਿਲੀ ਹੋਏ,
ਮੁੱਖ ਮੰਤਰੀ ਤੋਂ ਕਲੀਨ ਚਿੱਟ ਮਿਲੀ ਹੋਏ ਔਰ ਉਸ ਤੋਂ ਬਾਅਦ ਸੀਬੀਆਈ ਦਰਵਾਜ਼ਾ ਖੜਕਾ ਦਿੰਦੀ ਹੈ, ਤੇ ਲਾਜ਼ਮੀ ਹੈਗਾ ਹੈ ਕਿ ਇਹ ਇੱਕ ਮੁਸੀਬਤ ਦੀ ਘੜੀ ਤੇ ਹੈਗੀ ਹੈ, ਕਿਉਂਕਿ ਤੁਸੀਂ ਆਪਣਿਆਂ ਤੋਂ ਤੇ ਕਲੀਨ ਚਿੱਟ ਲੈਣ ਦੇ ਵਿੱਚ ਕਾਮਯਾਬ ਹੋ ਜਾਂਦੇ ਹੋ। ਇੱਦਾਂ ਦੀ ਕਲੀਨ ਚਿੱਟ ਤਾਂ ਰਾਣਾ ਗੁਰਜੀਤ ਸਿੰਘ ਉਹਨਾਂ ਨੂੰ ਵੀ ਪਹਿਲੇ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਸੀਗੀ, ਪਰ ਬਾਅਦ ਚੋਂ ਜਦ ਦਿੱਲੀ ਦਰਬਾਰ ਤੋਂ ਆਰਡਰ ਆਇਆ ਤੇ ਉਹਨਾਂ ਦਾ ਰੈਜ਼ਿਗਨੇਸ਼ਨ ਲੈਣ ਦੇ ਵਿੱਚ ਉਹਨਾਂ ਨੇ 5 ਮਿੰਟ ਨਹੀਂ ਲਾਏ ਸੀਗੇ, ਔਰ ਦੇਣ ਵਿੱਚ ਵੀ 5 ਮਿੰਟ ਨਹੀਂ ਲੱਗੇ ਸੀਗੇ। ਤੇ ਹੁਣ ਧਰਮਸੋਤ ਉਹਨਾਂ ਵਾਸਤੇ ਨਾ ਕੇਵਲ ਸੀਬੀਆਈ ਬਲਕਿ ਈਡੀ ਵੀ ਦਰਵਾਜ਼ਾ ਖੜਕਾ ਰਹੀ ਹੈ। ਈਡੀ ਨੇ ਵੀ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈ। ਸੀਬੀਆਈ ਈਡੀ ਇੱਦਾਂ ਦੀ ਏਜੰਸੀਆਂ ਹੈਗੀਆਂ, ਜੇ ਕਿਸੇ ਪੋਲੀਟੀਸ਼ੀਅਨ ਜਾਂ ਕਿਸੇ ਆਮ ਵਿਅਕਤੀ ਦੇ ਮਗਰ ਵੀ ਪੈ ਜਾਣ ਤੇ ਉਹਦੀ ਨੀਂਦ ਤੇ ਹਰਾਮ ਹੋ ਜਾਂਦੀ ਹੈ। ਹੁਣ ਧਰਮਸੋਤ ਉਹਨਾਂ ਕੱਲ ਪਰਸੋਂ ਤੱਕ ਬੜੀ ਬੜਕਾ ਮਾਰਦੇ ਸੀਗੇ, ਔਰ ਉਸ ਲੈਂਗੁਏਜ ਦੇ ਵਿੱਚ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਬਾਰੇ ਔਰ ਕੈਪਟਨ ਅਮਰਿੰਦਰ ਸਿੰਘ ਦੇ ਹੱਕ 'ਚ ਗੱਲ ਕਰਦੇ ਸੀਗੇ। ਅੱਜ ਮੈਨੂੰ ਲੱਗਦਾ ਹੈ ਕਿ ਉਹ ਜਿਹੜਾ ਉਹਨਾਂ ਦਾ ਲਹਿਜ਼ਾ ਸੀਗਾ ਉਹ ਵੀ ਕਾਇਮ ਰੱਖਣ ਤੇ ਵੀ ਇਹ ਬਹੁਤ ਵੱਡੀ ਗੱਲ ਹੈਗੀ ਹੈ, ਕਿਉਂਕਿ ਹੁਣ ਤੇ ਸੀਬੀਆਈ ਤੇ ਈਡੀ ਤੁਹਾਡੇ ਦਰਵਾਜ਼ੇ ਆ ਹੀ ਗਈ ਹੈ, ਔਰ ਕਾਗਜ਼ਾਂ ਦੇ ਵਿੱਚ ਜਿਹੜੀ ਹੇਰਾਫੇਰੀ ਤੁਸੀਂ ਕੀਤੀ ਹੈ ਉਹਦਾ ਹਿਸਾਬ ਕਿਤਾਬ ਮਿਲਾਣਾ ਬਹੁਤ ਔਖਾ ਹੈਗਾ, ਤੇ ਲੱਗਦਾ ਹੈ ਕਿ ਬੜੀ ਛੇਤੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ। ਭਾਸਕਰ ਸਾਹਿਬ, ਅਸੀਂ ਨਹੀਂ ਕਹਿੰਦੇ ਵੀ ਜਿਹੜੀ ਤੁਸੀਂ ਹੇਰਾਫੇਰੀ ਕੀਤੀ ਆਪਾਂ ਵਾਪਸ ਲੈ ਲੈਨੇ ਇਹ ਸ਼ਬਦ, ਕਿਉਂਕਿ ਕਿਸੇ ਵੇਲੇ ਇਹ ਤਾਂ ਉਹਨਾਂ ਏਜੰਸੀਆਂ ਦਾ ਕੰਮ ਹੈ, ਉਹ ਕੱਢ ਕੇ ਦੇਣ ਕਿ ਕਿਹਨੇ ਕੀਤੀ ਆ ਕਿਵੇਂ, ਹੈ ਨਾ। ਲੇਕਿਨ ਇੱਕ ਗੱਲ ਤਾਂ ਬੜੀ ਕਲੀਅਰ ਆ ਕਿ ਇੱਥੇ ਵਾਰਾ ਖਾਂਦੀ ਦੇ ਸੌਦੇ ਆ। ਇੰਜ ਲੱਗਦਾ ਸੀ ਕਿ ਔਖੀ ਘੜੀ ਆਊਗੀ, ਇਸੇ ਕਰਕੇ ਹੀ ਅਸੀਂ ਆਪਣੇ ਸੁਪਰ ਬੌਸ ਨੂੰ ਪਹਿਲਾਂ ਪੂਰੀ ਤਰ੍ਹਾਂ ਪਲੋਸਿਆ ਕਿ ਅਸੀਂ ਤੇਰੇ ਨਾਲ ਖੜੇ ਆ, ਫਿਰ ਪਬਲਿਕਲੀ ਵੀ ਆਏ, ਲੇਕਿਨ ਜਾਨ ਛੁੱਟਦੀ ਨਹੀਂ, ਕਿਉਂਕਿ ਇਹਨਾਂ ਏਜੰਸੀਆਂ ਬਾਰੇ ਕਿਹਾ ਜਾਂਦਾ ਈਡੀ ਹੋਈ ਸੀਬੀਆਈ, ਤੁਹਾਡੀ ਗੱਲ ਠੀਕ ਹੈ, ਤੁਸੀਂ ਕਹਿੰਦੇ ਨੀਂਦ ਹਰਾਮ ਹੋ ਜਾਂਦੀ। ਇੰਨਾ ਲੰਬਾ ਪ੍ਰੋਸੈਸ ਆ, ਇੰਨਾ ਖਿੱਚੂ ਪ੍ਰੋਸੈਸ ਆ ਕਿ ਪੋਲੀਟੀਸ਼ੀਅਨ ਤਾਂ ਕੀ ਜਿਹਦੇ ਨਾਲ ਵੀ ਇੰਜ ਵਾਪਰਦੀ, ਮੈਨੂੰ ਲੱਗਦਾ ਕਿ ਉਹਦੇ ਗੇੜੇ ਤੇ ਉਹਦੇ ਸਾਹ ਸੁੱਕੇ ਹੀ ਰਹਿੰਦੇ ਆ, ਫਿਰ ਸਵਾਦ ਮੁੱਕ ਜਾਂਦਾ, ਲਾਲੀ ਉੱਡ ਜਾਂਦੀ ਆ, ਮੁੱਛਾਂ ਦੇ ਤਾਅ ਘਟ ਜਾਂਦੇ ਆ। ਚਲੋ ਖੈਰ, ਸੰਭਲ ਕੇ ਚੱਲਣਾ ਚਾਹੀਦਾ। ਜੇ ਤੁਸੀਂ ਕੁਝ ਗਲਤ ਨਹੀਂ ਕਰ ਰਹੇ, ਤੁਹਾਡੇ ਥੱਲੇ ਕੋਈ ਕਰ ਰਿਹਾ, ਉਹ ਵੀ ਜ਼ਿੰਮੇਵਾਰੀ ਤੁਹਾਡੇ ਤੇ ਆਇਦ ਹੋਣੀ ਆ। ਪੋਲੀਟੀਸ਼ੀਅਨਸ ਨੂੰ ਤਾਂ ਫੂਕ ਕੇ ਕਦਮ ਰੱਖਣੇ ਚਾਹੀਦੇ ਆ। ਪਹਿਲਾਂ ਤਾਂ ਵਿਰੋਧੀ ਗੱਲ ਪੈਂਦੇ ਹੁੰਦੇ ਸੀ, ਹੁਣ ਤਾਂ ਆਪਣੇ ਵੀ ਨਹੀਂ ਛੱਡਦੇ। ਜਿਹਦਾ ਦਾ ਲੱਗਦਾ ਉਹ ਫਿਰ ਗੋਲ ਗਲੂੰਡੀ ਪਾ ਹੀ ਲੈਂਦਾ। ਭਾਸਕਰ ਸਾਹਿਬ, ਬਹੁਤ ਮਿਹਰਬਾਨੀ, ਅਸੀਂ ਜੁੜਦੇ ਰਵਾਂਗੇ। ਸ਼ਾਮ ਤੱਕ ਜੇ ਕੋਈ ਹੋਰ ਮੁੱਦਾ ਵਿਚਾਰ ਗੋਚਰੇ ਹੋਇਆ ਤਾਂ ਦੋਸਤੋ ਅਸੀਂ ਫਿਰ ਹਾਜ਼ਰ ਹੁੰਦੇ ਹਾਂ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ, ਧੰਨਵਾਦ।